ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਜਬਲੀ ਧਾਰ, ਕਸਮਲ ਪਾਪ ਕਿਲ ਬਿਖ ਮਲ ਉਤਰੀ। ਪਾਏ ਪਵਿੱਤਰ ਪ੍ਰਭ ਦਰਸ ਕਰੇ, ਆਗ ਕ੍ਰਿਤ ਦਹਨ ਭਏ ਯਾ ਮਨ ਕੇ। ਨਿਰਮਲ ਮਨ ਤਨ ਪਾਪ ਜਰੇ, ਕਸਮਲ ਪਾਪ ਕਿਲ ਬਿਖ ਮਲ ਉਤਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਅੰਮ੍ਰਿਤਮਈ ਬਾਣੀ ਦੀ ਕਥਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਸ਼ਰਧਾ ਤੇ ਭਾਵਨਾ ਦੇ ਸੰਯੁਕਤ ਹੋ ਕਰਕੇ ਸਰਵਣ ਕਰਦੀਆਂ ਪਈਆਂ ਹੋ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪਾਂ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਹੈ। ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਬਰਕਤਾਂ ਜੋ ਇਹ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਵਰਤ ਰਹੀਆਂ ਨੇ, ਕਿਉਂਕਿ ਸੱਚੇ ਪਾਤਸ਼ਾਹ ਜੀ ਦੇ 550 ਸਾਲਾਂ ਨੂੰ ਮੁੱਖ ਰੱਖ ਕਰਕੇ ਇਹ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਆਪਾਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਵਣ ਕਰਨੀ ਪ੍ਰਾਰੰਭ ਕੀਤੀ ਸੀ। ਸੱਚੇ ਪਾਤਸ਼ਾਹ ਜੀ ਆਪ ਬਲ ਬਖਸ਼ ਕਰਕੇ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਤੇ ਦੇਵਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਫਰਿਆਦਾਂ ਕਰਦੇ ਪਏ ਨੇ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਜਬਲੀ ਧਾਰ, ਕਸਮਲ ਪਾਪ ਕਿਲ ਬਿਖ ਮਲ ਉਤਰੀ। ਇੰਦਰ ਆਦਿਕ ਸਾਰੇ ਦੇਵਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਰਬਲੋ ਜੀ ਦੀ ਚਰਨਾਂ ਵਿੱਚ ਬੇਨਤੀ ਕਰਦੇ ਨੇ, ਇਹ ਸਰਬਲੋ ਭਗਵਾਨ ਜੀ ਕਸਮਲ ਪਾਪ ਜਿਹੜੇ ਮਨ ਕਰਕੇ ਅਸਾਂ ਨੇ ਕੀਤੇ ਨੇ, ਜਿਹੜੇ ਤਨ ਕਰਕੇ ਪਾਪ ਕੀਤੇ ਨੇ, ਕਿਲ ਵਿਖ ਜਿਹੜੇ ਬਾਣੀ ਕਰਕੇ ਪਾਪ ਕੀਤੇ ਨੇ, ਅਤੇ ਜਨਮਾਂ ਜਨਮਾਂਤਰਾਂ ਦੀ ਜੋ ਮਨ ਨੂੰ ਮੈਲ ਲੱਗੀ ਹੋਈ ਹੈ ਉਹ ਸਾਰੀ ਹੀ ਉਤਰ ਗਈ ਹੈ। ਪਾਏ ਪਵਿੱਤਰ ਪ੍ਰਭ ਦਰਸ ਕਰੇ, ਇਹ ਸਰਬਲੋ ਭਗਵਾਨ ਜੀ ਆਪ ਜੀ ਦੇ ਦਰਸ਼ਨ ਕਰਕੇ ਅਸੀਂ ਪਵਿੱਤਰ ਹੋ ਗਏ ਹਾਂ। ਆਗ ਕ੍ਰਿਤ ਦਹਨ ਭਏ ਯਾ ਮਨ ਕੇ। ਹਾਂ, ਜੋ ਇਹ ਸਾਡੇ ਮਨ ਦੇ ਤਾਈਂ ਕੀਤੇ ਹੋਏ ਪਾਪ ਲੱਗੇ ਸਨ ਜਨਮਾਂ ਜਨਮਾਂਤਰਾਂ ਦੇ, ਉਹ ਦਹਿਨ ਨਾਸ ਹੋ ਗਏ ਹਨ। ਨਿਰਮਲ ਮਨ ਤਨ ਪਾਪ ਜਰੇ, ਹੁਣ ਸਾਡਾ ਮਨ ਤੇ ਤਨ ਨਿਰਮਲ ਹੋ ਗਿਆ, ਇਹ ਪਾਪ ਸਾਰੇ ਸੜ ਗਏ ਨੇ। ਬੀਤ ਰਾਗ ਅਸ ਥਿਰ ਬੁੱਧ ਧਾਵਤ। ਹਾਂ, ਬੀਤ ਰਾਗ ਵਾਲੀ ਅਵਸਥਾ ਸਾਨੂੰ ਪ੍ਰਾਪਤ ਹੋ ਗਈ ਹੈ ਤੇ ਜਿਹੜੀ ਸਾਡੀ ਬੁੱਧੀ ਇੱਧਰ ਉੱਧਰ ਫੁਰਨਿਆਂ ਦੇ ਜੰਜਾਲ ਵਿੱਚ ਭੱਜੀ ਫਿਰਦੀ ਸੀ ਉਹਨੂੰ ਅੰਟਕਾ ਆ ਗਿਆ ਈ। ਰੋਮ ਰੋਮ ਮਹਿ ਸ਼ਾਂਤ ਪਰੇ। ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਰੋਮ ਰੋਮ ਵਿੱਚ ਅਸਾਂ ਨੇ ਸ਼ਾਂਤੀ ਪਾ ਲਈ ਹੈ। ਅੱਗੇ ਸਾਡਾ ਰੋਮ ਰੋਮ ਨੱਚਦਾ ਫਿਰਦਾ ਸੀ ਵਿਸ਼ੇ ਵਿਕਾਰਾਂ ਵਿੱਚ, ਹੁਣ ਸਾਡੇ ਰੋਮ ਰੋਮ ਵਿੱਚ ਸ਼ਾਂਤੀ ਆ ਗਈ ਹੈ। ਇਹ ਭਗਵਾਨ ਤੇਰਾ ਨਾਮ ਚੱਲਣ ਲੱਗ ਪਿਆ ਈ। ਦੁਰਮਤ ਦੁਰਤ ਪ੍ਰਾਸ਼ਿਤ ਬਿਨਸੇ। ਹਾਂ, ਸਾਡੀ ਖੋਟੀ ਮਤ ਤੇ ਦੁਰਤ ਕਠਨ ਜਿਹੜੇ ਪ੍ਰਾਸ਼ਿਤ ਪਾਪ ਨੇ ਉਹ ਖਤਮ ਹੋ ਗਏ ਨੇ। ਜਿਨ੍ਹਾਂ ਪਾਪਾਂ ਨੂੰ ਖਦੇੜਨਾ ਸੌਖਾ ਨਹੀਂ ਸੀ ਉਹ ਖਦੇੜੇ ਗਏ ਨੇ ਤੁਹਾਡੇ ਦਰਸ਼ਨ ਕਰਨੇ ਕਰਕੇ। ਪ੍ਰਾਸ਼ਿਤ ਪੱਪਾ ਦੇ ਪੈਰ ਵਿੱਚ ਰਾਰਾ, ਕੰਨਾਂ ਛਛੀ ਨੂੰ ਸਿਹਾਰੀ ਤੇ ਤੱਤਾ। ਇਹ ਮਾਤਾ ਜੀ ਦੇ ਅਸਥਾਨ ਤੇ ਜੋ ਬੀੜ ਹੈ ਉਹਦੇ ਵਿੱਚੋਂ ਪਾਠ ਦੇਖਿਆ, ਇਹ ਸ਼ੁੱਧ ਹੈ ਜੀ। ਦਰਸ ਕੀਏ ਜਮ ਦੂਤ ਡਰੇ। ਹਾਂ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਐਸੇ ਨੇ, ਆਪ ਜੀ ਦੇ ਦਰਸ਼ਨਾਂ ਨੂੰ ਕਰਨੇ ਕਰਕੇ ਜਮਦੂਤ ਵੀ ਡਰ ਜਾਂਦੇ ਨੇ। ਬੰਧਨ ਮੋਸ਼ ਭਏ ਜਠਰਨ ਕੇ। ਹਾਂ ਮਹਾਰਾਜ ਕਿਰਪਾ ਹੋਈ ਹੈ, ਦਇਆ ਹੋਈ ਹੈ,
ਜੋ ਜਠਰਾਗਣ ਦੇ ਬੰਧਨ ਸਨ ਉਹਨਾਂ ਤੋਂ ਸਾਡੀ ਮੁਕਤੀ ਹੋ ਗਈ ਹੈ। ਜਨਮ ਮਰਨ ਭਾਵ ਪਾਰ ਪਰੇ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਜਨਮ ਮਰਨ ਦੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਾਂ। ਆਪਾ ਗਵਨ ਬਿਲਾਨੀ ਮਤ ਸਾਰ। ਹਾਂ, ਸਾਡਾ ਆਪਾ ਭਾਵ ਗਵਨ ਖਤਮ ਹੋ ਗਿਆ ਏ, ਚਲਿਆ ਗਿਆ ਏ ਕਿਸੇ ਪਾਸੇ, ਤੇ ਮਤਸਰ ਈਰਖਾ ਜੋ ਹੈ ਉਹ ਵੀ ਬਲਾਨੀ ਖਤਮ ਹੋ ਗਈ ਹੈ। ਚਰਨ ਰੇਨ ਲੈ ਜਗਤ ਤਰੇ। ਮਹਾਰਾਜ ਤੁਹਾਡੇ ਚਰਨਾਂ ਦੀ ਧੂੜ ਨੂੰ ਲੈ ਕਰਕੇ ਸਾਰਾ ਜਗਤ ਤਰਦਾ ਏ, ਅਸੀਂ ਵੀ ਤਰ ਗਏ ਹਾਂ। ਵਿਸ਼ਵ ਰੂਪ ਦਰਸੇ ਜੁਗ ਲੋਚਨ। ਹਾਂ, ਵਿਸ਼ਵ ਰੂਪ ਹੈ ਵਾਹਿਗੁਰੂ ਅਕਾਲ ਪੁਰਖ ਜੀ, ਤੁਹਾਡੇ ਸਰਬਲੋ ਸਰੂਪ ਨੂੰ ਵੇਖਿਆ ਹੈ ਅਸਾਂ ਨੇ ਆਪਣੇ ਦੋਨਾਂ ਨੇਤਰਾਂ ਨਾਲ। ਦ੍ਰਿਸ਼ਟ ਅਗਰ ਭਗਵੰਤ ਠਰੇ। ਹਾਂ, ਹੇ ਭਗਵਾਨ ਜੀ, ਤੁਸੀਂ ਸਾਡੀ ਦ੍ਰਿਸ਼ਟੀ ਦੇ ਅੱਗੇ ਖੜੇ ਖਲੋਤੇ ਹੋ ਆ ਕੇ, ਸਾਨੂੰ ਤੁਹਾਡਾ ਪ੍ਰਤੱਖ ਦਰਸ਼ਨ ਨਸੀਬ ਹੋਇਆ ਹੈ। ਗਿਆਨੀ ਚੰਦਾ ਸਿੰਘ ਜੀ ਤੇ ਮਾਤਾ ਜੀ ਦੇ ਸਥਾਨ ਤੇ ਜੋ ਬੀੜ ਹੈ ਉਹਦੇ ਵਿੱਚ ਐੜਾ ਤੇ ਗੱਗੇ ਦੇ ਪੈਰ ਵਿੱਚ ਰਾਰਾ ਅਗਰ ਇਸ ਪ੍ਰਕਾਰ ਲਿਖਿਆ ਏ। ਇਹ ਪਾਠ ਬਿਲਕੁਲ ਦਰੁਸਤ ਹੈ। ਤੇ ਦ੍ਰਿਸ਼ਟ ਦੇ ਸੱਸੇ ਦੇ ਪੈਰ ਵਿੱਚ ਟੈਂਕਾ ਏ, ਉਹ ਵੀ ਠੀਕ ਕਰਕੇ ਲਗਾ ਲੈਣਾ ਪੋਥੀ ਸਾਹਿਬ ਤੇ ਜੀ। ਪਰਮ ਲਾਭ ਨਹਿ ਦੂਸਰ ਯਾ ਸਮ। ਹਾਂ, ਇਹ ਭਗਵਾਨ ਤੁਹਾਡੇ ਦਰਸ਼ਨ ਹੋਏ ਨੇ, ਤੁਹਾਡੇ ਦਰਸ਼ਨਾਂ ਦੇ ਬਰਾਬਰ ਸੰਸਾਰ ਦੇ ਵਿੱਚ ਹੋਰ ਕੋਈ ਲਾਭ ਵਾਲੀ ਵਸਤੂ ਨਹੀਂ ਹੈ। ਜਾਹੇ ਭਾਵਨਾ ਕਰੋ ਹਰੇ। ਹਾਂ, ਜਿਸ ਦੀ ਜੈਸੀ ਭਾਵਨਾ ਹੈ ਤੇ ਇਸ ਉੱਪਰ ਤੈਸੀ ਹੀ ਆਪ ਜੀ ਕਿਰਪਾ ਕਰਦੇ ਹੋ। ਹੇ ਹਰੇ, ਹਰੇ ਭਰੇ ਕਰਨ ਵਾਲੇ ਵਾਹਿਗੁਰੂ ਜੀ। ਦੁਰਲਭ ਵਸਤ ਲਾਭ ਭਇਓ ਦੇਵਨ। ਹਾਂ, ਜੋ ਦੁਰਲਭ ਵਸਤੂ ਤੁਹਾਡੇ ਦਰਸ਼ਨਾਂ ਦੀ ਹੈ ਉਹ ਦੇਵਤਿਆਂ ਨੂੰ ਪ੍ਰਾਪਤ ਹੋਈ ਹੈ ਤੇ ਦੇਵਤਿਆਂ ਨੂੰ ਭਾਰੀ ਲਾਭ ਨਸੀਬ ਹੋਇਆ ਏ। ਵੱਡ ਭਾਗੀ ਪ੍ਰਭ ਸਕਲ ਕਰੇ। ਹਾਂ, ਵੱਡੇ ਭਾਗਾਂ ਵਾਲੇ ਸਾਰੇ ਦੇਵਤੇ ਆਪ ਜੀ ਨੇ ਕਰ ਦਿੱਤੇ ਨੇ। ਯਾ ਦਰਸ਼ਨ ਮੂਰਤ ਵਿਸ਼ਵੇਸ਼ਵਰ। ਹਾਂ, ਜਿਸ ਨੂੰ ਵਿਸ਼ਵ ਈਸ਼ਵਰ ਸੰਸਾਰ ਦੇ ਮਾਲਕ ਦੀ ਮੂਰਤੀ ਦਾ ਦਰਸ਼ਨ ਹੋ ਜਾਵੇ। ਵਿਸ਼ਵ ਰੂਪ ਜਨ ਹਿਰਦੈ ਭਰੇ। ਹਾਂ, ਤੇ ਮਹਾਰਾਜ ਕਹਿੰਦੇ ਵੀ ਵਿਸ਼ਵ ਰੂਪ ਦੇ ਦਰਸ਼ਨ ਕਰਕੇ ਤੇ ਜਨਾਂ ਦੇ ਹਿਰਦੇ ਭਰ ਜਾਂਦੇ ਨੇ। ਜਿਸ ਵਿਸ਼ਵ ਸੰਸਾਰ ਦੇ ਈਸ਼ਵਰ ਦੀ ਮੂਰਤੀ ਦਾ ਦਰਸ਼ਨ ਕਰਕੇ ਤੇ ਜਨਾਂ ਦੇ ਹਿਰਦੇ ਭਰ ਜਾਂਦੇ ਨੇ, ਉਹ ਦਰਸ਼ਨ ਸਾਨੂੰ ਪ੍ਰਾਪਤ ਹੋ ਗਏ ਹਨ। ਕਰਹੁ ਨਿਵਾਸ ਦਾਸ ਮਨ ਅੰਤਰ। ਹਾਂ, ਮਹਾਰਾਜ ਕਿਰਪਾ ਕਰਕੇ ਦਾਸਾਂ ਦੇ ਮਨ ਵਿੱਚ ਆਪ ਜੀ ਵਾਸਾ ਕਰਨਾ ਕਰੋ। ਕਬਹੁ ਨਾ ਤਿਆਗਹੁ ਲਾਏ ਗਰੇ। ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਕਦੇ ਨਾ ਤਿਆਗਿਓ, ਆਪਣੇ ਗਲ ਨਾਲ ਲਾ ਕਰਕੇ ਰੱਖਿਓ। ਦਾਸਨ ਦਾਸ ਦਾਸ ਮੋਹਿ ਕੀਜੈ। ਹਾਂ, ਦੇਵਤੇ ਫਰਿਆਦਾਂ ਕਰਦੇ ਨੇ, ਦਾਸਾਂ ਦੇ ਦਾਸ ਅੱਗੇ ਦਾਸ ਸਾਨੂੰ ਕਰ ਲੈਣਾ ਕਰੋ। ਕਰੁਣਾ ਨਿਧ ਕਰੁਣਾਏ ਭਰੇ। ਇਹ ਕਿਰਪਾ ਦੇ ਸਮੁੰਦਰ ਕਿਰਪਾ ਨਾਲ ਭਰੇ ਹੋਏ ਸਾਡੇ ਉੱਪਰ ਐਸੀ ਕਿਰਪਾ ਬਣਾਈ ਰੱਖਿਓ। ਚਰਨ ਕਮਲ ਪ੍ਰਭ ਦਾਸੁਰ ਮਥ। ਹਾਂ, ਦਾਸੁਰ ਦਾਸਾਂ ਦਾ ਜੋ ਮਾਥੋਂ ਮੱਥਾ ਹੈ ਤੁਹਾਡੇ ਚਰਨਾਂ ਕਮਲਾਂ ਦੇ ਉੱਪਰ ਹੈ। ਸਾਡੇ ਉੱਪਰ ਦਇਆ ਕਰਿਓ, ਮਿਹਰ ਕਰਿਓ। ਸਰਨ ਸਦੀਵ ਸਿਰ ਹਸਤ ਧਰੇ। ਹੇ ਮਹਾਰਾਜ, ਤੁਹਾਡੀ ਸ਼ਰਨ ਵਿੱਚ ਅਸੀਂ ਸਦਾ ਹੀ ਹਾਂ। ਸਾਡੇ ਸਿਰ ਦੇ ਉੱਪਰ ਆਪਣਾ ਹੱਥ ਰੱਖਿਓ। ਤੇ ਹਸਤ ਤੱਤੇ ਨੂੰ ਸਿਹਾਰੀ ਹੈ ਤੇ ਅਸੀਂ ਤੁਹਾਡੀ ਸ਼ਰਨ ਵਿੱਚ ਸਦਾ ਹੀ ਹਾਂ। ਤੇ ਆਪਣੇ ਹੱਥ ਨੂੰ ਸਾਡੇ ਸਿਰ ਉੱਪਰ ਸਦਾ ਹੀ ਰੱਖਣਾ ਕਰਿਓ। ਨੂੰਹ ਦੇ ਅਰਥ ਵਿੱਚ ਇਹ ਸਿਹਾਰੀ ਲੱਗੀ ਹੈ ਜੀ। ਇਹ ਵਰਦਾਨ ਮੰਗਤ ਹਾਂ ਪ੍ਰਭ ਪਹਿ। ਹਾਂ, ਇਹ ਪ੍ਰਭੂ ਜੀ ਤੁਹਾਡੇ ਤੋਂ ਅਸੀਂ ਇਹ ਵਰਦਾਨ ਮੰਗਦੇ ਪਏ ਹਾਂ। ਦੇਹੋ ਦਇਆ ਨਿਧ ਸਰਨ ਪਰੇ। ਇਹ ਮਹਾਰਾਜ ਤੁਹਾਡੀ ਸ਼ਰਨ ਵਿੱਚ ਪਏ ਹਾਂ, ਕਿਰਪਾ ਕਰਕੇ ਵਰਦਾਨ ਸਾਨੂੰ ਦੇਣਾ ਕਰੋ। ਬਿਸ਼ਨ ਪਦ ਜਬਲੀ ਧਰ ਛੰਦ ਸਾਨੀ ਹਿੰਡੋਲ। ਜਾਂ ਪਦ ਰੇਨ ਸਕਰ ਸੁਰ ਦੁਰਲਭ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪਣੇ ਵੱਲੋਂ ਵੀ ਬੇਨਤੀ ਕਰਦੇ ਨੇ ਤੇ ਜਿੰਨੇ ਦੇਵਤੇ ਨੇ ਉਹ ਵੀ ਗੁਰੂ ਖਾਲਸਾ ਜੀ ਆਪਣੇ ਵੱਲੋਂ ਬੇਨਤੀਆਂ ਕਰਦੇ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਤੇ ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੀ ਧੂੜ ਇੰਦਰ ਆਦਿਕ ਦੇਵਤੇ ਲੱਭਦੇ ਫਿਰਦੇ ਨੇ। ਜੋ ਧੂੜ ਇੰਦਰ ਆਦਿਕ ਦੇਵਤਿਆਂ ਨੂੰ ਵੀ ਦੁਰਲਭ ਹੈ, ਉਹ ਧੂੜ ਅੱਜ ਮੈਨੂੰ ਵੀ ਪ੍ਰਾਪਤ ਹੋਈ ਹੈ ਤੇ ਦੇਵਤਿਆਂ ਨੂੰ ਵੀ ਪ੍ਰਾਪਤ ਹੋਈ ਹੈ। ਇਹ ਸਾਂਝਾ ਪ੍ਰਕਰਨ ਚੱਲੇਗਾ। ਕਦੇ ਦੇਵਤੇ ਬੇਨਤੀ ਕਰਨਗੇ, ਕਦੇ ਕਲਗੀਧਰ ਜੀ ਆਪਣੇ ਵੱਲੋਂ ਇਹ ਪ੍ਰਸੰਗ ਵਿੱਚ ਬੇਨਤੀ ਭਗਵਾਨ ਦੇ ਚਰਨਾਂ ਵਿੱਚ ਕਰਨਗੇ। ਸੋ ਪੜ੍ਹਦੇ ਹੋ ਜੀ। ਜਾਂ ਪਦ ਰੇਨ ਸਕਰ ਸੁਰ ਦੁਰਲਭ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਦੇਵਤੇ ਅਰਦਾਸਾਂ ਕਰਦੇ ਨੇ ਕਿ ਜੋ ਤੁਹਾਡੇ ਚਰਨਾਂ ਦੀ ਧੂੜ ਇੰਦਰ ਤੇ ਹੋਰ ਦੇਵਤਿਆਂ ਨੂੰ ਦੁਰਲਭ ਸੀ, ਜਿਹੜੀ ਆਪ ਜੀ ਦੇ ਚਰਨਾਂ ਦੀ ਧੂੜ, ਉਹ ਧੂੜ ਭਗਵਾਨ ਸਾਨੂੰ ਪ੍ਰਾਪਤ ਹੋ ਗਈ ਹੈ। ਸੇਖ ਸਾਰਦਾ ਚਾਹ ਕਰੇ। ਹਾਂ, ਜੋ ਤੁਹਾਡੇ ਚਰਨਾਂ ਦੀ ਧੂੜ ਦੀ ਸ਼ੇਖ ਨਾਗ ਤੇ ਸੁਰਸਤੀ ਆਦਿਕ ਚਾਹਨਾ ਕਰਦੇ ਸਨ, ਉਹਨਾਂ ਨੂੰ ਵੀ ਤੁਹਾਡੇ ਚਰਨਾਂ ਦੀ ਧੂੜ ਲੱਭਦੀ ਨਹੀਂ ਸੀ। ਬ੍ਰਹਮ ਉਮਾ ਪਦਮਾ ਸਨਕਾਦਿਕ। ਹਾਂ, ਬ੍ਰਹਮਾ ਪਾਰਬਤੀ ਲక్ష్ਮੀ ਤੇ ਸਨਕ ਸਨੰਦਨ ਆਦਿਕ ਬ੍ਰਹਮੇ ਦੇ 4 ਪੁੱਤਰ। ਰਾਵ ਸਸ ਬਰਨ ਕੁਬੇਰ ਪਰੇ। ਹਾਂ, ਰਾਵ ਸੂਰਜ ਤੇ ਸਸ ਚੰਦਰਮਾ ਵਰਨ ਦੇਵਤਾ ਤੇ ਕੁਬੇਰ ਆਦਿਕ ਤੁਮੀ ਪਰੇ ਦੂਰ ਸੀ, ਜਿਹੜੀ ਤੁਹਾਡੇ ਚਰਨਾਂ ਦੀ ਧੂੜ। ਰੇਖ ਮੁਨ ਧਰਮ ਜਸ਼ ਗੰਧਰਬ। ਰੇਖ ਮੁਨੀ ਤੇ ਇਸੇ ਤਰ੍ਹਾਂ ਧਰਮ ਰਾਜਾ ਜਸ਼ ਤੇ ਗੰਧਰਬ ਆਦਿਕ। ਸਿੱਧ ਕਿੰਨਰ ਚਾਰਨ ਆਚਾਰ ਚਰੇ। ਹਾਂ, ਜੜ ਤੇ ਚੇਤਨ ਜਿੰਨੇ ਵੀ ਜੀਵ ਨੇ, ਚਾਰਨ ਭੱਟ ਕਿੰਨਰ 84 ਸਿੱਧ ਆਦਿਕ ਨੇ। ਭੂਤ ਪਿਸਾਚ ਅਪਸਰ ਦੇਵਾਂਗਨ। ਫਿਰ ਭੂਤ ਪਿਸਾਚ ਅਪਸਰਾਂ ਤੇ ਦੇਵਾਂਗਨਾ। ਦੇਵੀ ਦੇਵ ਸਭ ਦੁਰਤ ਦੁਰੇ। ਹਾਂ, ਦੇਵੀ ਦੇਵਤੇ ਸਾਰੇ ਤੈਨੂੰ ਦੁਰਤ ਬੇਅੰਤ ਦੁਰੇ ਬੇਅੰਤ ਕਹਿੰਦੇ ਸਨ, ਤੇ ਤੇਰੇ ਚਰਨਾਂ ਦੇ ਧੂੜ ਉਹਨਾਂ ਨੂੰ ਪ੍ਰਾਪਤ ਨਹੀਂ ਸੀ ਹੁੰਦੀ। ਦਾਨਵ ਦੈਤਯ ਰਾਖਸ ਇਤਿਆਦਿਕ। ਫਿਰ ਦਾਨਵ ਦੈਤ ਰਾਖਸ਼ ਹੋਰ ਜਿਹੜੇ ਸ਼ਿਵ ਨੂੰ ਮੰਨਣ ਵਾਲੇ ਸ਼ਿਵ ਭਗਵਾਨ ਦੇ ਪੁਜਾਰੀ ਨੇ। ਜੜ ਚੇਤਨ ਸੁਰ ਅਸੁਰ ਨਰੇ। ਜੜ ਚੇਤਨ ਦੇਵਤੇ ਦੈਂਤ ਤੇ ਮਨੁੱਖ ਜਿੰਨੇ ਵੀ ਨੇ। ਅਸਥਾਵਰ ਜੰਗਮ ਅੰਡਜ ਜੇਰਜ। ਹਾਂ, ਅਸਥਾਵਰ ਟਿਕੇ ਹੋਏ ਤੇ ਜੰਗਮ ਚੱਲਣ ਵਾਲੇ, ਅੰਡਜ ਆਂਡਿਆਂ ਵਾਲੇ, ਜੇਰਜ ਜੇਰ ਤੋਂ ਜੋ ਪੈਦਾ ਹੋਏ। ਸੇਤਜ ਉਤ ਭੁਜ ਅਪਾਰ ਪਰੇ। ਹਾਂ, ਸੇਤਜ ਮੁੜ ਕੇ ਤੋਂ ਪੈਦਾ ਹੋਏ ਤੇ ਉਤ ਨਾਮ ਤਾਂ ਨੂੰ ਭੋ ਧਰਤੀ ਤੋਂ ਜ ਜੰਮੇ, ਭਾਵ ਸਗਲੀ ਬਨਸਪਤੀ, ਤੇ ਉਹ ਵੀ ਤੁਹਾਡੇ ਚਰਨਾਂ ਦੀ ਧੂੜ ਤੋਂ ਪਰੇ ਸਨ। ਧਰਤ ਆਕਾਸ ਵਾਯੂ ਅਪ ਪਾਵਕ। ਹਾਂ, ਧਰਤੀ ਆਕਾਸ ਹਵਾ ਪਾਣੀ ਤੇ ਅੱਗ, ਇਹ 5 ਤੱਤ ਵੀ। ਖਾਨ ਬਾਨ ਪ੍ਰਕ੍ਰਿਤ ਪਰੇ। ਹਾਂ, ਚਾਰੇ ਖਾਣੀਆਂ ਤੇ ਚਾਰੇ ਬਾਣੀਆਂ ਤੇ ਪ੍ਰਕਿਰਤ ਮਾਇਆ ਵੀ ਤੁਹਾਡੇ ਚਰਨਾਂ ਵਿੱਚ ਰਹਿੰਦੀ ਹੈ, ਪਰ ਤੁਹਾਡੇ ਚਰਨਾਂ ਦੀ ਧੂੜ ਤੋਂ ਪਰੇ ਹੈ। ਤੁਹਾਡੇ ਚਰਨਾਂ ਦੀ ਧੂੜ ਦੇ ਬਰਾਬਰ ਮਾਇਆ ਵੀ ਨਹੀਂ। ਸੂਖਮ ਅਸਥੂਲ ਤ੍ਰਿਗਦ ਪਤੰਗਮ। ਹਾਂ, ਫਿਰ ਸੂਖਮ ਤੋਂ ਸੂਖਮ ਜਿੰਨੇ ਜੀਵ ਨੇ, ਅਸਥੂਲ ਜੀਵ ਨੇ, ਤ੍ਰਿਗਦ ਟੇਢੀਆਂ ਮੇਢੀਆਂ ਜੂਨਾਂ ਵਾਲੇ ਨੇ, ਤੇ ਪਤੰਗਮ ਕੀੜੇ ਪਤੰਗੇ ਹਨ। ਹਸਤ ਕੀਟ ਨਹਿ ਜਾਨ ਪਰੇ। ਹਾਥੀ ਤੋਂ ਲੈ ਕਰਕੇ ਕੀੜੇ ਤੱਕ ਜਿੰਨੇ ਵੀ ਜੀਵ ਨੇ, ਉਹ ਵੀ ਤੁਹਾਡੇ ਚਰਨਾਂ ਦੀ ਧੂੜ ਨੂੰ ਜਾਣ ਨਹੀਂ ਸਕੇ, ਉਹ ਵੀ ਚਰਨਾਂ ਦੀ ਧੂੜ ਤੋਂ ਪਰੇ ਹੀ ਰਹਿ ਗਏ। ਜਗ ਪਾਠ ਪੁੰਨ ਦਤ ਸੁਨੇਮਨ। ਹਾਂ, ਫਿਰ ਦੁਨੀਆ ਤੇ ਜਗ ਕਰਨ ਕਰਵਾਉਣ ਵਾਲੇ, ਪਾਠ ਕਰਨ ਵਾਲੇ, ਪੁੰਨ ਦਾਨ ਕਰਨ ਵਾਲੇ, ਸੋ ਨੇਮਨ ਉੱਤਮ ਨੇਮ ਕਰਨ ਵਾਲੇ, ਦਤ ਮੈਨੇ ਦਾਨ ਕਰਨ ਵਾਲੇ, ਪੁੰਨ ਦਾਨ ਕਰਨ ਵਾਲੇ ਜਿਹੜੇ ਪੁਰਖ ਹਨ। ਤੰਤਰ ਮੰਤਰ ਨਹਿ ਜੰਤਰ ਜੁਰੇ। ਹਾਂ, ਨਾ ਹੀ ਤੰਤਰ ਮੰਤਰ ਤੇ ਜੰਤਰਾਂ ਨੂੰ, ਜੰਤਰ ਜੋ ਕਰਦੇ ਨੇ,
ਉਹਨਾਂ ਨੂੰ ਵੀ ਤੇਰੇ ਚਰਨਾਂ ਦੀ ਧੂੜ ਜੁੜੀ ਨਹੀਂ, ਭਾਵ ਪ੍ਰਾਪਤ ਨਹੀਂ ਹੋਈ। ਤੀਰਥ ਬ੍ਰਤ ਤਪੱਸਿਆ ਸਾਧਨ, ਹਾਂ ਫਿਰ ਸੰਸਾਰ ਦੇ ਉੱਪਰ ਤੀਰਥ ਬਰਤ ਤੇ ਤਪੱਸਿਆ ਆਦਿਕ ਸਾਧਨ ਕਰਨ ਵਾਲੇ ਜੋ ਨੇ, ਜੋਗ ਨਿਆਸ ਖਾਟ ਕਰਮ ਸਰੇ। ਹਾਂ ਜੋਗ ਦੇ ਜੋ 8 ਸਾਧਨ ਨੇ, ਨਿਆਸ, ਧੋਤੀ, ਨੇਤੀ ਇਤਿਆਦਿਕ, ਇਹ ਜੋ ਸਾਧਨ ਕਰਨ ਵਾਲੇ ਨੇ। ਇਸੇ ਤਰ੍ਹਾਂ 6 ਕਰਮ ਨੇ, ਦਾਨ ਦੇਣਾ ਤੇ ਦਿਵਾਉਣਾ, ਜਗ ਕਰਨਾ ਤੇ ਕਰਵਾਉਣਾ, ਵੇਦ ਪੜ੍ਹਨੇ ਤੇ ਪੜ੍ਹਾਉਣੇ। ਇਹ ਜੋ ਬ੍ਰਾਹਮਣ ਦੇ 6 ਕਰਮ ਦੱਸੇ ਨੇ, ਇਹਨਾਂ 6 ਨੂੰ ਕਰਮਾਂ ਨੂੰ ਸਾਰੇ ਮੈਨੇ ਪੂਰਾ ਕਰਨ ਵਾਲੇ ਜਿਹੜੇ ਬ੍ਰਾਹਮਣ ਨੇ, ਉਹ ਵੀ ਤੇਰੇ ਚਰਨਾਂ ਦੀ ਧੂੜ ਨੂੰ ਪ੍ਰਾਪਤ ਨਹੀਂ ਕਰ ਸਕੇ। ਨਿਵਲ ਭੁਜੰਗਮ ਜੈਨ ਮਾਰਗ ਕਰ, ਹਾਂ ਫਿਰ ਨਿਵਲ ਭੁਜੰਗਮ ਇਤਿਆਦਿਕ ਸਾਧਨ ਕਰਨ ਵਾਲੇ ਤੇ ਫਿਰ ਜੈਨੀਆਂ ਦੇ ਮਾਰਗ ਨੂੰ ਅਖਤਿਆਰ ਕਰਨ ਵਾਲੇ, ਜੈਨੀਆਂ ਦੇ ਮਾਰਗ ਉੱਪਰ ਚੱਲਣ ਵਾਲੇ। ਆਸ ਨਿਆਸ ਬ੍ਰਹਮਚਰ ਧਰੇ, ਹਾਂ ਫਿਰ ਆਸਾ ਤੋਂ ਨਿਰਾਸ਼ ਹੋਏ ਤੇ ਬ੍ਰਹਮਚਰਜ ਨੂੰ ਧਾਰਨ ਵਾਲੇ। ਪ੍ਰਾਣਾਯਾਮ ਅਦੋ ਮੁਖ ਸੰਧਿਆ, ਫਿਰ ਪ੍ਰਾਣਾਯਾਮ ਕਰਨ ਵਾਲੇ, ਫਿਰ ਉਲਟਾ ਮੂੰਹ ਕਰਕੇ ਤੇ ਤਪੱਸਿਆ ਕਰਨ ਵਾਲੇ ਤਪਸਵੀ, ਤੇ 3 ਟਾਈਮ ਸੰਧਿਆ ਕਰਨ ਵਾਲੇ ਜਿਹੜੇ ਪੰਡਿਤ ਲੋਕ ਹਨ। ਆਰ ਤਰਪਨ ਤ੍ਰੈ ਕਾਲ ਪੜੇ, ਹਾਂ 3 ਕਾਲ ਸੰਧਿਆ ਪੜੇ, 3 ਕਾਲਾਂ ਵਿੱਚ ਸੰਧਿਆ ਪੜਨ ਵਾਲੇ ਤੇ ਅਰ ਤਰਪਨ। ਤਰਪਣ ਕਹਿੰਦੇ ਨੇ ਹਿੰਦੂ ਮਤ ਅਨੁਸਾਰ ਦੇਵਤੇ ਅਤੇ ਪਿਤਰਾਂ ਨੂੰ ਤ੍ਰਿਪਤ ਕਰਨ ਲਈ ਹੱਥਾਂ ਵਿੱਚ ਚੌਲ ਜਲ ਆਦਿਕ ਲੈ ਕੇ ਮੰਤਰਾਂ ਦਾ ਪਾਠ ਕਰਕੇ ਤੇ ਪਿਤਰਾਂ ਵੱਲ ਨੂੰ ਜਾਂ ਸੂਰਜ ਆਦਿਕ ਨੂੰ ਮੂੰਹ ਕਰਕੇ ਜਲ ਸੁੱਟਦੇ ਨੇ। ਇਹਨੂੰ ਤਰਪਣ ਕਿਰਿਆ ਕਹਿੰਦੇ ਨੇ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਤਰਪਣ ਕਿਰਿਆ ਕਰਨ ਵਾਲੇ ਸੰਸਾਰੀ ਤੇ ਧਾਰਮਿਕ ਲੋਕ ਹਨ। ਪੜਤ ਨ ਪਾਨ ਕੈਸਹੂ ਕੇਸਵ, ਇਹਨਾਂ ਨੇ ਜ਼ੋਰ ਲਾਉਣਾ ਕੀਤਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਇਹਨਾਂ ਦੇ ਹੱਥ ਨਹੀਂ ਆਇਆ ਕਿਸੇ ਪ੍ਰਕਾਰ ਵੀ। ਕਿਰਪਾ ਸਿੰਧ ਭਗਵੰਤ ਹਰੇ, ਜੋ ਕਿਰਪਾ ਦਾ ਸਮੁੰਦਰ ਖਟ ਭਗਾਂ ਸੰਪੰਨ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਏ। ਰੀਜ ਬੂਝ ਤਵ ਗਤ ਹੈ ਨਿਆਰੀ, ਮਹਾਰਾਜ ਕਲਗੀਧਰ ਜੀ ਕਹਿੰਦੇ, ਹੇ ਅਕਾਲ ਪੁਰਖ ਤੇਰੀ ਰੀਝ ਪ੍ਰਸੰਨਤਾ ਤੇ ਤੇਰਾ ਗਿਆਨ, ਕਿਹੜੇ ਗਿਆਨ ਦੇ ਨਾਲ ਤੇਰੀ ਪ੍ਰਸੰਨਤਾ ਹੁੰਦੀ ਹੈ, ਜਾਂ ਰੀਝ ਮੈਨੇ ਪ੍ਰਸੰਨਤਾ, ਤੂੰ ਪ੍ਰਸੰਨ ਕਿਵੇਂ ਹੁੰਨਾ ਏ, ਕਿਹੜੀ ਚੀਜ਼ ਤੇ ਤੂੰ ਰੀਝਦਾ ਏ, ਤੇ ਬੂਝ ਮੈਨੇ ਤੈਨੂੰ ਸਮਝਿਆ ਕਿਵੇਂ ਜਾ ਸਕਦਾ ਏ। ਇਹ ਤੇਰੀ ਗਤ ਅਵਸਥਾ ਨਿਆਰੀ ਵੱਖਰੀ ਹੈ, ਕਿਸੇ ਨੂੰ ਨਹੀਂ ਪਤਾ ਵੀ ਤੈਨੂੰ ਕਿਵੇਂ ਸਮਝਿਆ ਜਾਵੇ। ਜਿੱਦਾਂ ਘਰ ਵਾਲੀ ਕਹਿੰਦੀ ਹੈ ਨਾ, ਮੈਂ ਘਰ ਵਾਲੇ ਦਾ ਭੇਦ ਪਾ ਲਿਆ ਏ, ਮੈਨੂੰ ਪਤਾ ਏ ਵੀ ਇਹਨੇ ਕਿਵੇਂ ਠੀਕ ਹੋਣਾ ਏ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਜੀਵ ਰੂਪੀ ਇਸਤਰੀਆਂ ਤੇਰੇ ਪਤੀ ਦਾ ਭੇਦ ਨਹੀਂ ਪਾ ਸਕੀਆਂ, ਭਾਵੇਂ ਕੋਈ ਸਾਧ ਜੀਵ ਇਸਤਰੀ ਹੈ ਤੇ ਭਾਵੇਂ ਕੋਈ ਚੋਰ ਜੀਵ ਇਸਤਰੀ ਹੈ। ਤੇਰੀ ਹਾਲਤ ਨੂੰ ਕੋਈ ਸਮਝ ਨਹੀਂ ਸਕਿਆ ਵੀ ਕਿਵੇਂ ਤੂੰ ਪ੍ਰਸੰਨ ਹੋਣਾ ਏ, ਤੇਰੀ ਅਵਸਥਾ ਵੱਖਰੀ ਹੈ। ਕੋ ਨਾ ਜਾਣਤ ਕੈਸੇ ਢਰੇ, ਮਹਾਰਾਜ ਕਲਗੀਧਰ ਜੀ ਕਹਿੰਦੇ ਕੋਈ ਨਹੀਂ ਜਾਣਦਾ ਵੀ ਕਿਸ ਤਰੀਕੇ ਨਾਲ ਤੂੰ ਕਿਰਪਾ ਕਰਦਾ ਏ। ਕੱਕੇ ਨੂੰ ਦਲਾਵਾਂ ਤੇ ਸੱਸੇ ਨੂੰ ਸਿਹਾਰੀ ਕੈਸੇ ਦੇ ਅਰਥ ਵਿੱਚ ਲੱਗੀ ਹੈ। ਭਗਤ ਵਸ਼ਲ ਪ੍ਰੀਤਮ ਪਹਿਚਾਨਤ, ਹੇ ਭਗਤਾਂ ਦੇ ਪਿਆਰੇ, ਹੇ ਪ੍ਰੀਤਮ ਮੈਂ ਤੈਨੂੰ ਇਸ ਪ੍ਰਕਾਰ ਪਹਿਚਾਨਿਆ ਏ। ਕਲਗੀਧਰ ਜੀ ਕਹਿੰਦੇ ਨੇ, ਪ੍ਰੇਮ ਕੀਏ ਹਰ ਪਾਨ ਪਰੇ, ਹਾਂ ਮੈਂ ਇਦਾਂ ਪਹਿਚਾਨਿਆ ਏ ਵੀ ਪ੍ਰੇਮ ਕਰਨ ਦੇ ਨਾਲ ਹੇ ਹਰੀ ਤੂੰ ਹੱਥਾਂ ਵਿੱਚ ਆ ਕੇ ਪੈਣਾ ਏ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਲਗੀਧਰ ਜੀ ਕਹਿੰਦੇ, ਹੇ ਭਗਤਾਂ ਦੇ ਪਿਆਰੇ ਪ੍ਰੀਤਮ ਗੋਬਿੰਦ ਸਿੰਘ ਨੇ ਤੈਨੂੰ ਇਦਾਂ ਪਹਿਚਾਨਿਆ ਏ, ਇਦਾਂ ਪਹਿਚਾਨ ਤੋਂ ਪਹਿਚਾਨਦਾ ਪਿਆ ਏ ਕਿ ਪ੍ਰੇਮ ਕਰਨ ਦੇ ਨਾਲ ਹਰੀ ਤੂੰ ਹੱਥਾਂ ਵਿੱਚ ਆਉਣਾ ਏ। ਮਹਾਰਾਜ ਕਲਗੀਧਰ ਨੇ ਅੰਮ੍ਰਿਤ ਸਵਈਆਂ ਵਿੱਚ ਵੀ ਬਚਨ ਕੀਤਾ ਏ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਸੱਚ ਕਹਿਣਾ ਏ, ਸਾਰੇ ਕੰਨ ਦੇ ਕਰਕੇ ਸੁਣ ਲਵੋ। ਜਿਹਨੇ ਪ੍ਰੇਮ ਕੀਤਾ ਏ ਨਾ, ਉਹਨੇ ਰੱਬ ਨੂੰ ਪਾ ਲੈਣਾ ਕੀਤਾ ਏ।
ਅੱਗੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਵੀ ਆਵੇਗਾ, ਪ੍ਰੇਮ ਕੀਏ ਪ੍ਰਭ ਪਾਨ ਪਰੇ, ਜਿਨ ਪ੍ਰੇਮ ਕੀਓ ਸੋ ਪਾਵਤ ਹੈ। ਪ੍ਰੇਮ ਪ੍ਰਤੀਤ ਸੋ ਰੀਤ ਸਨਾਤਨ, ਪ੍ਰੇਮ ਪ੍ਰਬੀਨ ਗਾਵਤ ਹੈ। ਪ੍ਰੇਮ ਰੋ ਪ੍ਰੀਤ ਪਰਮਾਨੰਦ ਸੋ, ਜੋ ਕਰਤ ਨਿਤਾ ਪ੍ਰਦ ਧਿਆਵਤ ਹੈ। ਬ੍ਰਿਜ ਨਾਦ ਨ ਸੰਸੈ, ਰੰਚਕ ਹੈ ਜਾ ਮਹਿ, ਜੇ ਪ੍ਰੇਮ ਕਰਤ ਸੋਈ ਪਾਵਤ ਹੈ। ਇਹ ਮਹਾਰਾਜ ਕਲਗੀਧਰ ਜੀ ਅੱਗੇ ਵੀ ਕਿਰਪਾ ਕਰਕੇ ਤੁਹਾਨੂੰ ਦੱਸਣਗੇ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਕਿ ਸਿੱਖਾਂ ਦੇ ਪ੍ਰੀਤਮ ਗੋਬਿੰਦ ਸਿੰਘ ਨੇ, ਹੇ ਭਗਤਾਂ ਦੇ ਪਿਆਰੇ, ਤੈਨੂੰ ਇਦਾਂ ਪਹਿਚਾਣਿਆ ਏ ਕਿ ਪ੍ਰੇਮ ਕਰਨ ਦੇ ਨਾਲ ਤੂੰ ਹੱਥ ਵਿੱਚ ਆਉਣਾ ਏ। ਪ੍ਰੇਮ ਬਸੀਠ ਮਿਲਾਵਤ ਪ੍ਰਭ ਕਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਤੇ ਇਦਾਂ ਜਾਣਿਆ ਏ ਕਿ ਵਾਹਿਗੁਰੂ ਤੈਨੂੰ ਮਿਲਣ ਲਈ ਪ੍ਰੇਮ ਇੱਕ ਵਿਚੋਲਾ ਏ। ਜਿਨ੍ਹਾਂ ਨੇ ਪ੍ਰੇਮ ਰੂਪੀ ਬਸੀਠ ਨੂੰ ਮਿਲਣਾ ਕੀਤਾ ਏ, ਉਹ ਪ੍ਰਭੂ ਦੇ ਨਾਲ ਮਿਲ ਜਾਂਦੇ ਨੇ, ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਨੇ। ਪ੍ਰੇਮ ਰੂਪੀ ਵਿਚੋਲਾ ਪ੍ਰਭੂ ਨੂੰ ਮਿਲਾਉਂਦਾ ਏ। ਆਪ ਗਤ ਕੀ ਗਤ ਲੱਖ ਨਾ ਪਰੇ। ਹਾਂ, ਜੋ ਅਵਸਥਾ ਹਾਲਤ ਤੋਂ ਰਹਿਤ ਹੈ, ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕੋਈ ਇੱਕ ਖਾਸ ਅਵਸਥਾ ਨੇਮ ਨਹੀਂ ਹੈ, ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਗਤ ਅਵਸਥਾ ਉਹਦਾ ਨੇਮ ਲੱਖ ਗਿਆਨ ਵਿੱਚ ਨਹੀਂ ਪੈਂਦਾ। ਜਿਹਦਾ ਕੋਈ ਗੁਰੂ ਖਾਲਸਾ ਜੀ ਗਿਆਨ ਹੀ ਨਹੀਂ, ਜਿਹਨੂੰ ਜਾਣਨ ਦਾ ਕੋਈ ਰਸਤਾ ਹੀ ਨਹੀਂ, ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਏ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇੱਕ ਪ੍ਰੇਮ ਨਾਲ ਹੀ ਤੈਨੂੰ ਮਿਲਿਆ ਜਾ ਸਕਦਾ ਏ। ਪ੍ਰੇਮ ਤੋਂ ਬਿਨਾਂ ਕੋਈ ਅਵਸਥਾ ਨਹੀਂ, ਕੋਈ ਨੇਮ ਨਹੀਂ, ਕੋਈ ਧਰਮ ਕਰਮ ਨਹੀਂ ਜਿਹਦੇ ਨਾਲ ਤੈਨੂੰ ਪ੍ਰਾਪਤ ਕੀਤਾ ਜਾ ਸਕੇ। ਪ੍ਰੇਮ ਪ੍ਰਤੀਤ ਪੁਨੀਤ ਇਹ ਨਿਹਚੈ। ਮਹਾਰਾਜ ਕਲਗੀਧਰ ਜੀ ਕਹਿੰਦੇ ਮੇਰਾ ਤੇ ਇਹ ਨਿਸ਼ਚਾ ਏ ਕਿ ਪੁਨੀਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇ ਭਰੋਸਾ ਵੀ ਰੱਖੀਏ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨਾਲ ਪ੍ਰੇਮ ਵੀ ਕਰਨਾ ਕਰੀਏ। ਜੇ ਕੋ ਕਰੇ ਸੋ ਜਗਤ ਤਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਵਾਹਿਗੁਰੂ ਤੇ ਭਰੋਸਾ ਰੱਖਦਾ ਏ, ਵਾਹਿਗੁਰੂ ਨਾਲ ਪ੍ਰੇਮ ਕਰਦਾ ਏ, ਉਹ ਸੰਸਾਰ ਤੋਂ ਤਰ ਜਾਂਦਾ ਏ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰੇਮ ਦੇ ਪੁਜਾਰੀ ਸਨ। ਉਹਨਾਂ ਨੇ ਬਾਰ-ਬਾਰ ਆਪਣੀ ਰਚਨਾ ਵਿੱਚ ਪ੍ਰੇਮ ਨੂੰ ਵਡਮੁੱਲਾ ਕਿਹਾ ਏ। ਮਹਾਰਾਜ ਕਹਿੰਦੇ ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਏ ਉਹਨੇ ਰੱਬ ਨੂੰ ਪਾ ਲੈਣਾ ਕੀਤਾ ਏ। ਪ੍ਰੇਮ ਤੇ ਮੋਹ ਵਿੱਚ ਗੁਰੂ ਖਾਲਸਾ ਜੀ ਬਹੁਤ ਵੱਡਾ ਫਰਕ ਹੈ। ਜਿੱਥੇ ਮੋਹ ਹੁੰਦਾ ਏ ਨਾ, ਉੱਥੇ ਹੰਕਾਰ ਹੁੰਦਾ ਏ। ਮੋਹ ਨਾਮ ਮੇਰੀ ਦਾ ਏ। ਜਿੱਥੇ ਮੋਹ ਹੋਵੇ ਨਾ, ਬੰਦਾ ਵਸਤੂ ਦੇ ਕੇ ਕਹਿੰਦਾ ਵੀ ਮੈਂ ਇਹਨੂੰ ਆਹ ਕੁਝ ਦਿੱਤਾ। ਜਿੱਥੇ ਪ੍ਰੇਮ ਹੁੰਦਾ ਏ ਨਾ, ਉੱਥੇ ਪਰੇ ਮੈਂ, ਉੱਥੇ ਮੈਂ ਨਹੀਂ ਜੇ ਹੁੰਦੀ, ਮੋਹ ਵਿੱਚ ਮੈਂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਸਾਨੂੰ ਪ੍ਰੇਮ ਦਾ ਪੰਧ ਦਿਖਾਇਆ ਏ, ਮੋਹ ਦਾ ਨਹੀਂ। ਮਹਾਰਾਜ ਨੇ ਕਿਹਾ ਤਨ ਮਨ ਧਨ ਸਭ ਸੌਪ, ਗੁਰ ਕਾ ਹੁਕਮ ਮੰਨਿਆ ਪਾਈਐ। ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਦੇ ਦਿਓ, ਇਹ ਹੈ ਪ੍ਰੇਮ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਪ੍ਰੇਮ ਦੀ ਵਿਆਖਿਆ ਜਿੱਥੇ ਆਪਣੀ ਬਾਣੀ ਵਿੱਚ ਖਾਸ ਕਰਕੇ ਕੀਤੀ ਹੈ, ਉੱਥੇ ਮਹਾਰਾਜ ਨੇ ਇੱਕ ਪ੍ਰੇਮ ਦੀ ਵਿਆਖਿਆ ਦਾ ਵੱਖਰਾ ਗ੍ਰੰਥ ਵੀ ਲਿਖਿਆ ਹੈ, ਜੋ ਗੁਰੂ ਖਾਲਸਾ ਜੀ ਆਮ ਗੁਰਸਿੱਖਾਂ ਵਿੱਚ ਘੱਟ ਪ੍ਰਚਲਿਤ ਹੈ। ਹੱਥ ਲਿਖਤ ਨੁਕਸਿਆਂ ਦੇ ਵਿੱਚ ਉਹ ਗ੍ਰੰਥ ਮਿਲਦਾ ਹੈ। ਉਹਦਾ ਨਾਮ ਹੈ ਪ੍ਰੇਮ ਅੰਬੋਧ। ਅੰਬੋਧ ਨਾਮ ਸਮੁੰਦਰ ਦਾ ਹੈ। ਮਹਾਰਾਜ ਨੇ ਪ੍ਰੇਮ ਦਾ ਸਮੁੰਦਰ ਲਿਖਿਆ ਹੈ। ਉਹਦੇ ਵਿੱਚ ਪਹਿਲੇ ਅਧਿਆਇ ਵਿੱਚ ਮਹਾਰਾਜ ਨੇ ਪ੍ਰੇਮ ਦੀ ਵਿਆਖਿਆ ਕੀਤੀ ਹੈ। ਉਹਦੇ ਵਿੱਚ ਮਹਾਰਾਜ ਕਹਿੰਦੇ ਅਰੇ ਪ੍ਰੇਮ ਤੁਝ ਕਿਆ ਕਹੂੰ, ਤੂੰ ਤੋ ਬੁਰੀ ਬੁਲਾਏ। ਪ੍ਰੇਮੀ ਕੋ ਬਹੁਰਾਏ ਕਹਿ, ਬੁਨ ਪ੍ਰੀਤਮ ਦਿਓ ਬਹੁਰਾਏ। ਅਰੇ ਪ੍ਰੇਮ ਤੂੰ ਤੇ ਬੜੀ ਵੱਡੀ ਬਲਾ ਏ।
ਤੂੰ ਤੇ ਪ੍ਰੇਮੀ ਨੂੰ ਵੀ ਬੌਰਾ ਕਰ ਛੱਡਿਆ ਤੇ ਪ੍ਰੀਤਮ ਨੂੰ ਵੀ ਬੌਰਾ ਕਰ ਛੱਡਿਆ ਏ। ਪਹਿਲਾਂ ਪ੍ਰੇਮੀ ਪ੍ਰੇਮ ਵਸ ਹੋ ਕੇ ਪ੍ਰੀਤਮ ਦੇ ਪਿੱਛੇ ਦੌੜਦਾ ਏ, ਤੇ ਫਿਰ ਜਿਹੜਾ ਪ੍ਰੀਤਮ ਹੈ ਉਹ ਪ੍ਰੇਮੀ ਦੇ ਪਿੱਛੇ ਬੌਰਾ ਹੋ ਕੇ ਦੌੜਿਆ ਫਿਰਦਾ ਏ। ਤੂੰ ਦੋਨਾਂ ਨੂੰ ਬੌਰਿਆਂ ਕਰ ਦਿੱਤਾ ਏ, ਕਮਲਾ ਕਰ ਛੱਡਿਆ ਏ। ਮਹਾਰਾਜ ਕਲਗੀਧਰ ਜੀ ਇੱਥੇ ਵੀ ਕਹਿੰਦੇ ਪ੍ਰੇਮ ਤੇ ਪ੍ਰਤੀਤ ਦੀ ਗੱਲ ਹੈ। ਪ੍ਰੇਮ ਤੇ ਪ੍ਰਤੀਤ ਇਹ ਦੋਨਾਂ ਚੀਜ਼ਾਂ ਨੂੰ ਇੱਕ ਸਾਰ ਜਦੋਂ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਆਪਾਂ ਧਿਆਨ ਧਾਰਾਂਗੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੋਵੇਗੀ। ਗੁਰੂ ਖਾਲਸਾ ਜੀ ਆਮ ਸੰਸਾਰ ਵਿੱਚ ਪਿਓ ਦਾ ਪ੍ਰੇਮ ਹੁੰਦਾ ਏ ਪੁੱਤਰ ਦੇ ਨਾਲ, ਪ੍ਰੇਮ ਹੁੰਦਾ ਏ ਪਰ ਪ੍ਰਤੀਤ ਭਰੋਸਾ ਨਹੀਂ ਹੁੰਦਾ। ਉਹ ਕਦੇ 500 ਰੁਪਈਆ ਨਹੀਂ ਆਪਣੇ ਪੁੱਤ ਨੂੰ ਦਿੰਦਾ ਕਿ ਜੇ 500 ਰੁਪਈਆ ਦੇ ਦਿੱਤਾ ਤੇ ਕਿਤੇ ਗਵਾ ਨਾ ਆਵੇ। ਬਾਲਕ ਹੈ, ਇਹਨੂੰ ਪਤਾ ਨਹੀਂ, ਇਹਨੂੰ ਸਾਰ ਨਹੀਂ 500 ਰੁਪਏ ਦੀ। ਫਿਰ ਗੁਰੂ ਖਾਲਸਾ ਜੀ ਜਿਹਨੂੰ ਪੈਸੇ ਦੇਵੇਗਾ ਕੰਮ ਕਰਨ ਲਈ, ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਆਂਢੀ ਗੁਆਂਢੀ ਨੂੰ ਜਾਂ ਸੱਜਣ ਮਿੱਤਰ ਨੂੰ ਜਾਂ ਆਮ ਅਣਪਛਾਤੇ ਬੰਦੇ ਨੂੰ ਕਿਸੇ ਕੰਮ ਵਾਸਤੇ, ਉਹਦੇ ਨਾਲ ਪ੍ਰੇਮ ਨਹੀਂ ਹੋਵੇਗਾ। ਭਰੋਸਾ ਤੇ ਹੋਵੇਗਾ ਵੀ ਇਹ ਮੇਰਾ ਕੰਮ ਕਰ ਦੇਵੇਗਾ, ਪਰ ਉਹਦੇ ਨਾਲ ਪ੍ਰੇਮ ਕੋਈ ਨਹੀਂ। ਮਹਾਰਾਜ ਕਲਗੀਧਰ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਤੇ ਪ੍ਰੇਮ ਵੀ ਰੱਖੇ ਤੇ ਪ੍ਰਤੀਤ ਭਰੋਸਾ ਵੀ ਰੱਖੇ। ਜਿਵੇਂ ਮਹਾਰਾਜ ਨੇ ਕਿਹਾ ਨਾ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਮਹਾਰਾਜ ਨੇ ਖਾਲਸੇ ਦੀ ਵਿਆਖਿਆ ਕੀਤੀ ਹੈ ਤੇ ਉੱਥੇ ਕਿਹਾ ਖਾਲਸਾ ਉਹ ਹੈ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇ ਪ੍ਰੇਮ ਤੇ ਪ੍ਰਤੀਤ ਰੱਖਦਾ ਹੈ। ਇੱਥੇ ਮਹਾਰਾਜ ਨੇ ਤੇ ਕਲੀਅਰ ਕਰ ਦਿੱਤਾ, ਕਹਿੰਦੇ ਮੇਰਾ ਤੇ ਇਹ ਨਿਸ਼ਚਾ ਏ ਜਿਹੜਾ ਪੁਨੀਤ ਪਵਿੱਤਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਰੱਖਦਾ ਏ, ਉਹਦੇ ਤੇ ਭਰੋਸਾ ਰੱਖਦਾ ਏ ਨਾ, ਉਹ ਜਗਤ ਤੋਂ ਤਰ ਜਾਂਦਾ ਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮਹਾਰਾਜ ਕਹਿੰਦੇ ਮੈਂ ਮੋਹਰ ਲਾ ਕੇ ਕਹਿੰਦਾ ਹਾਂ। ਮੋਹ ਸਮ ਅਸ ਵੱਡ ਭਾਗੀ ਕੋ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ, ਦੇਵਤੇ ਕਹਿੰਦੇ ਨੇ ਕਿ ਸਾਡੇ ਬਰਾਬਰ ਸੰਸਾਰ ਦੇ ਵਿੱਚ ਵਡਭਾਗੀ ਕੌਣ ਹੈ? ਮੂਰਤਵੰਤ ਪ੍ਰਭ ਦ੍ਰਿਸ਼ਟ ਤਰੇ। ਹਾਂ, ਦ੍ਰਿਸ਼ਟ ਮੈਨੇ ਨਜ਼ਰ ਦੇ ਤਰੇ ਹੇਠਾਂ, ਮੂਰਤਵੰਤ ਪ੍ਰਤੱਖ ਮੂਰਤ ਧਾਰ ਕਰਕੇ ਰੱਬ ਸਾਡੀਆਂ ਅੱਖਾਂ ਦੇ ਸਾਹਮਣੇ ਖਲੋਤਾ ਏ, ਸਾਡੀਆਂ ਨਜ਼ਰਾਂ ਦੇ ਹੇਠਾਂ ਏ, ਅਸੀਂ ਰੱਬ ਨੂੰ ਦੇਖ ਰਹੇ ਹਾਂ। ਬਾਸਵ ਪਦ ਮਮ ਜਨਮ ਸਫਲ ਪਾਉ। ਸਾਰੇ ਦੇਵਤੇ ਕਹਿੰਦੇ ਨੇ ਸਾਨੂੰ ਇੰਦਰ ਵਾਲੀ ਪਦਵੀ ਪ੍ਰਾਪਤ ਹੋ ਗਈ ਹੈ, ਸਾਡਾ ਜਨਮ ਸਫਲਾ ਹੋ ਗਿਆ ਹੈ। ਬਾਸਵ ਪਦ ਮਮ ਜਨਮ ਸੁਫਲ ਪਾਓ, ਜਨਮ ਸਾਡਾ ਸਫਲਾ ਹੋ ਗਿਆ ਹੈ। ਇੰਦਰ ਕੱਲੇ ਨੂੰ ਦਰਸ਼ਨ ਨਹੀਂ ਦਿੱਤੇ, ਜੇ ਇੰਦਰ ਨੂੰ ਦਰਸ਼ਨ ਹੋਏ ਨੇ ਭਗਵਾਨ ਦੇ, ਸਾਨੂੰ ਵੀ ਭਗਵਾਨ ਦੇ ਦਰਸ਼ਨ ਹੋ ਗਏ ਨੇ, ਅਸੀਂ ਇੰਦਰ ਪਦਵੀ ਤੇ ਬੈਠ ਗਏ ਹਾਂ। ਵਿਸ਼ਵ ਰੂਪ ਹਰ ਦ੍ਰਿਸ਼ਟ ਕਰੇ। ਵਿਸ਼ਵ ਰੂਪ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਕਰਨਾ ਕੀਤੇ ਨੇ। ਸੋ ਮਹਾਰਾਜ ਕਹਿੰਦੇ ਮੋਹ ਸਮ ਅਸ ਵੱਡ ਭਾਗੀ ਕੋ ਹੈ। ਮਹਾਰਾਜ ਕਲਗੀਧਰ ਜੀ ਇਹ ਕਥਾ ਲਿਖਾਉਂਦੇ ਇੱਥੇ ਦੇਵਤਿਆਂ ਦਾ ਪ੍ਰਸੰਗ ਆਪ ਸੰਗਤਾਂ ਨੂੰ ਸੁਣਾ ਰਹੇ ਨੇ। ਉੱਥੇ ਆਪ ਵੀ ਨੇਤਰ ਮੂੰਦ ਕੇ ਸਰਬਲੋ ਭਗਵਾਨ ਦੇ ਦਰਸ਼ਨ ਕਰਦੇ ਪਏ ਨੇ। ਮਹਾਰਾਜ ਸਾਹਿਬ ਜੀ ਆਪਣੇ ਆਪ ਨੂੰ ਸਰਬਲੋ ਭਗਵਾਨ ਦੇ ਸਨਮੁਖ ਕਰਕੇ ਵਿਰਤੀ ਦੇ ਨਾਲ ਕਹਿੰਦੇ ਐ ਖਾਲਸਾ ਜੀ, ਮੇਰੇ ਸਮਾਨ ਐਸਾ ਸੰਸਾਰ ਦੇ ਵਿੱਚ ਕਿਹੜਾ ਵਡਭਾਗੀ ਵੱਡਿਆਂ ਭਾਗਾਂ ਵਾਲਾ ਹੈ। ਮੂਰਤਵੰਤ ਪ੍ਰਭ ਦ੍ਰਿਸ਼ਟ ਤਰੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮੂਰਤਵੰਤ ਹੋ ਕਰਕੇ ਮੇਰੀਆਂ ਨਜ਼ਰਾਂ ਦੇ ਹੇਠਾਂ, ਭਾਵ ਮੇਰੇ ਸਾਹਮਣੇ ਆ ਕਰਕੇ ਖਲੋਤਾ, ਮੈਨੂੰ ਭਗਵਾਨ ਦੇ ਦਰਸ਼ਨ ਹੁੰਦੇ ਪਏ ਨੇ। ਬਾਸਵ ਪਦ ਮਮ ਜਨਮ ਸੁਫਲ ਪਾਉ। ਹਾਂ, ਜਿਵੇਂ ਇੰਦਰ ਨੂੰ ਦਰਸ਼ਨ ਪ੍ਰਾਪਤ ਹੋਏ ਆ ਨਾ ਸਰਬਲੋ ਭਗਵਾਨ ਦੇ, ਤੇ ਇੰਦਰ ਸਰਬਲੋ ਭਗਵਾਨ ਦੇ ਦਰਸ਼ਨ ਕਰਕੇ ਜੀਵਨ ਮੁਕਤ ਪਦ ਨੂੰ ਪ੍ਰਾਪਤ ਹੋਇਆ ਏ। ਮੈਂ ਵੀ ਇੰਦਰ ਵਾਲੀ ਪਦਵੀ ਨੂੰ ਪ੍ਰਾਪਤ ਹੋ ਗਿਆ ਹਾਂ।
ਭਾ ਮੈਨੂੰ ਵੀ ਭਗਵਾਨ ਦੇ ਦਰਸ਼ਨ ਹੋ ਗਏ ਨੇ, ਮੈਂ ਵੀ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਹੈ, ਮੇਰਾ ਜਨਮ ਸਫਲਾ ਹੋ ਗਿਆ ਏ। ਵਿਸ਼ਵ ਰੂਪ ਹਰ ਦ੍ਰਿਸ਼ਟ ਕਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਸਰਬਲੋਕ ਭਗਵਾਨ ਦੇ ਦਰਸ਼ਨ ਕਰ ਲੈਣਾ ਕੀਤੇ ਹਨ। ਐਸ ਪ੍ਰਕਾਰ ਸਕਲ ਸੁਰ ਬੋਲੇ। ਮਹਾਰਾਜ ਕਲਗੀਧਰ ਜੀ ਕਹਿੰਦੇ ਏਦਾਂ ਦੇਵਤੇ ਬੋਲੇ ਕਿ ਸਾਨੂੰ ਭਗਵਾਨ ਦੇ ਦਰਸ਼ਨ ਹੋਏ ਨੇ, ਅਸੀਂ ਵਡਭਾਗੇ ਹਾਂ, ਸਾਡੇ ਵਰਗਾ ਸੰਸਾਰ ਤੇ ਕੋਈ ਵੱਡਿਆਂ ਭਾਗਾ ਵਾਲਾ ਨਹੀਂ। ਸੇਵ ਬਿਰੰਚ ਸਸ ਸੂਰ ਠਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਉੱਥੇ ਸ਼ਿਵ ਬ੍ਰਹੰਚ ਬ੍ਰਹਮਾ ਸੂਰਜ ਤੇ ਚੰਦਰਮਾ ਸਾਰੇ ਹੱਥ ਜੋੜ ਕੇ ਖਲੋਤੇ ਨੇ। ਬਰਨ ਕਬੀਰ ਸੇਸ ਸਾਰਦਾਦਿਕ। ਉਥੇ ਬਰਨ ਕੁਬੇਰ ਸ਼ੇਸ਼ਨਾਗ ਤੇ ਸੁਰਸਤੀ ਆਦਿਕ ਵੀ ਖਲੋਤੇ ਨੇ। ਨਾਰਦਾਦ ਸਨਕਾਦ ਜਰੇ। ਨਾਰਦ ਆਦਿਕ ਸਨਕ ਸਨੰਦਨ ਆਦਿਕ ਸਾਰੇ ਉੱਥੇ ਜੜੇ ਹੋਏ ਨੇ, ਭਾਵ ਖਲੋਤੇ ਨੇ, ਇਕੱਠੇ ਹੋਏ ਨੇ। ਜਮ ਜਖ ਕਾਲ ਮ੍ਰਿਤ ਗਨ ਗੰਧਰਵ। ਉਥੇ ਜਮ ਜਖ ਕਾਲ ਤੇ ਕਾਲ ਗੁਰੂ ਖਾਲਸਾ ਜੀ ਲੜਾਈ ਦੇ ਦੇਵਤੇ ਨੂੰ ਕਹਿੰਦੇ ਨੇ, ਤੇ ਮ੍ਰਿਤ ਧਰਮਰਾਜੇ ਦਾ ਨਾਂ ਹੈ। ਗਣ ਸ਼ਿਵ ਦੇ ਚੇਲੇ ਤੇ ਗੰਧਰਵ ਜਿਹੜੇ ਦੇਵਤਿਆਂ ਦੇ ਨਾਚੇ ਨੇ। ਸਿੱਧ ਸਾਧਕ ਇਉ ਬਿਨੈ ਕਰੇ। ਹਾਂ, ਸਿੱਧ ਤੇ ਸਾਧਕ ਸਾਧਨਾ ਕਰਨ ਵਾਲੇ ਇਉਂ ਭਗਵਾਨ ਦੇ ਅੱਗੇ ਬੇਨਤੀਆਂ ਕਰਦੇ ਪਏ ਨੇ। ਚਾਰਨ ਪਰੀ ਅਪਸ਼ਰਾ ਕਿੰਨਰ। ਚਾਰਨ ਭੱਟ ਪਰੀਆਂ ਅਪਸ਼ਰਾਂ ਤੇ ਕਿੰਨਰ ਆਦਿਕ। ਭੂਤ ਪਿਸਾਚ ਚਰ ਅਚਰ ਤਰੇ। ਮਹਾਰਾਜ ਸਾਹਿਬ ਜੀ ਕਹਿੰਦੇ ਭੂਤ ਪਿਸਾਚਨੀਆਂ ਤੇ ਜੜ ਚੇਤਨ ਜਿੰਨੇ ਵੀ ਜੀਵ ਨੇ ਉਹ ਸਾਰੇ ਭਗਵਾਨ ਦੇ ਦਰਸ਼ਨ ਕਰਕੇ ਤਰ ਗਏ। ਪਦਮਾ ਉਮਾ ਕਾਲੀ ਕੰਕਾਲੀ। ਮਹਾਰਾਜ ਕਲਗੀਧਰ ਜੀ ਕਹਿੰਦੇ ਉਦਮ ਪਦਮਾ ਲక్ష్ਮੀ ਉਮਾ ਪਾਰਵਤੀ ਕਾਲੀ ਤੇ ਖੰਕਾਲੀ ਭੈਰਵ ਦੀ ਸ਼ਕਤੀ। ਦੇਵ ਅਦੇਵ ਬਿਨਵੰਤ ਖੜੇ। ਦੇਵਤੇ ਦੈਂਤ ਸਾਰੇ ਬੇਨਤੀਆਂ ਕਰਦੇ ਅੱਗੇ ਖੜੇ ਨੇ। ਨੰਦੀ ਗਰੜ ਅਸਿਤ ਕਰਨਾਦਿਕ। ਹਾਂ, ਨੰਦੀ ਇਹ ਗੁਰੂ ਖਾਲਸਾ ਜੀ ਇੱਕ ਬੈਲ ਦਾ ਨਾਮ ਹੈ ਜੋ ਸ਼ਿਵ ਜੀ ਦਾ ਵਾਹਨ ਹੈ। ਗਰੜ ਦੇ ਉੱਪਰ ਵਿਸ਼ਨੂੰ ਜੀ ਬੈਠਦੇ ਨੇ। ਅਸਿਤ ਕਰਨਾਦਿਕ, ਸਿਤ ਨਾਮ ਚਿੱਟੇ ਦਾ ਏ ਤੇ ਅਸਿਤ ਨਾਮ ਕਾਲੇ ਦਾ ਏ। ਤੇ ਕਰਨ ਮੈਨੇ ਕੰਨ, ਕਾਲੇ ਕੰਨਾਂ ਵਾਲੇ ਘੋੜੇ ਨੇ ਜਿਹਦੇ ਉੱਪਰ ਸੂਰਜ ਸਵਾਰ ਹੁੰਦਾ ਏ। ਇਤਿਆਦਿਕ ਹੋਰ ਜਿਹੜੇ ਵਾਹਨ ਨੇ। ਬਾਹਨਾਦ ਰਸਨਾ ਉਚਰੀ। ਹੋਰ ਵਾਹਨ ਆਦਿਕ ਭਗਵਾਨ ਦੇ ਨਾਮਾਂ ਨੂੰ ਆਪਣੀ ਰਸਨਾ ਤੋਂ ਉਚਰੇ ਉਚਾਰਦੇ ਪਏ ਨੇ। ਪਰਲੈ ਅਕਰਖ ਉਦਕਰਖ ਉਪਰਾਜਨ। ਸਾਰੇ ਮਹਾਰਾਜ ਦੀ ਉਸਤਤ ਕਰਦੇ। ਮਹਾਰਾਜ ਜਦੋਂ ਤੂੰ ਸੰਸਾਰ ਦੀ ਪ੍ਰਲੈ ਕਰਨੀ ਹੁੰਦੀ ਉਦੋਂ ਸੰਸਾਰ ਨੂੰ ਆਪਣੇ ਵਿੱਚ ਅਕਰਖ ਮੈਨੇ ਖਿੱਚ ਲੈਣਾ ਏ, ਤੇ ਜਦੋਂ ਤੂੰ ਸੰਸਾਰ ਨੂੰ ਉਪਰਾਜਨ ਪੈਦਾ ਕਰਨਾ ਹੁੰਦਾ ਤੇ ਉਦੋਂ ਤੂੰ ਸੰਸਾਰ ਨੂੰ ਆਪਣੇ ਵਿੱਚੋਂ ਆਪਣੀ ਮਾਇਆ ਨੂੰ ਉਦਕਰਖ ਮੈਨੇ ਖਿਲਾਰ ਦਿੰਨਾ ਏ, ਉਹਨੂੰ ਪਸਾਰ ਦਿੰਨਾ ਏ, ਉਹਦਾ ਫੈਲਾਵ ਕਰ ਦਿੰਨਾ ਏ। ਅਸੰਖ ਬ੍ਰਹਮੰਡ ਕਟਾਸ਼ ਕਰੀ। ਹੇ ਮਹਾਰਾਜ ਅਸੰਖਾਂ ਬ੍ਰਹਮੰਡਾਂ ਤੇ ਤੂੰ ਕਟਾਸ਼ ਕਿਰਪਾ ਕਰਦਾ ਪਿਆ ਏ। ਜਾਂ ਕਟਾਸ਼ ਅੱਖ ਦੇ ਫਰੱਕੇ ਨਾਲ ਅਸੰਖ ਹੀ ਬ੍ਰਹਮੰਡ ਤੂੰ ਰਚ ਦਿੰਨਾ ਏ। ਸੋ ਪ੍ਰਭ ਦ੍ਰਿਸ਼ਟ ਅਗਰ ਮਮ ਦਰਸਤ। ਸਾਰੇ ਕਹਿੰਦੇ ਨੇ ਐਸੇ ਭਗਵਾਨ ਅਸੀਂ ਆਪਣੀ ਦ੍ਰਿਸ਼ਟੀ ਦੇ ਅੱਗੇ ਦੇਖਦੇ ਪਏ ਹਾਂ। ਪ੍ਰਭ ਹੈ ਛਾੜ ਬਿਬ ਚਾਹ ਕਰੇ। ਹੁਣ ਅਸੀਂ ਪ੍ਰਭੂ ਨੂੰ ਛੱਡ ਕਰਕੇ ਹੋਰ ਦੂਜੀ ਚਾਹਨਾ ਕੀ ਕਰੀਏ। ਇਹ ਮਹਾਰਾਜ ਤੁਹਾਡੇ ਦਰਸ਼ਨ ਤੇ ਹੋ ਗਏ, ਤੇ ਹੁਣ ਜਿਹੜਾ ਤੁਹਾਡੇ ਦਰਸ਼ਨਾਂ ਨੂੰ ਛੱਡ ਕੇ ਦੂਜੀ ਚਾਹਨਾ ਕਰੇ ਉਹ ਬਹੁਤ ਮੰਦਭਾਗੀ ਹੈ। ਭਗਤ ਦਾਨ ਮੰਗਤ ਹਾਂ ਪ੍ਰਭ ਪਹਿ। ਹੇ ਪ੍ਰਭੂ ਜੀ ਤੁਹਾਡੇ ਕੋਲੋਂ ਅਸੀਂ ਭਗਤੀ ਦਾ ਦਾਨ ਮੰਗਦੇ ਹਾਂ। ਵਿਸ਼ਵ ਰੂਪ ਔਰ ਬਾਸ ਕਰੇ। ਹੇ ਵਿਰਾਟ ਸਰੂਪ ਸਾਡੇ ਹਿਰਦੇ ਵਿੱਚ ਤੁਸੀਂ ਵਾਸਾ ਕਰੋ। ਜਾ ਪ੍ਰਭ ਅਤ ਪ੍ਰਸੰਨ ਕਿੰਕਰ ਪ੍ਰਤ। ਹਾਂ ਹੇ ਪ੍ਰਭੂ ਜੀ ਜੇ ਤੁਸੀਂ ਆਪਣੇ ਦਾਸਾਂ ਦੇ ਉੱਪਰ ਬਹੁਤ ਪ੍ਰਸੰਨ ਜੇ। ਭਗਤ ਆਪਣੀ ਦੇਹ ਹਰੇ। ਹੇ ਹਰੀ ਜੀ ਆਪਣੀ ਭਗਤੀ ਆਪਣੇ ਦਾਸਾਂ ਨੂੰ ਬਖਸ਼ਣੀ ਕਰੋ। ਸਾਧ ਸਾਧ ਤਥਾਸਤ ਪ੍ਰਭ ਬੋਲੇ। ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਮੁਖ ਤੋਂ ਬੋਲੇ, ਹੇ ਦੇਵਤਿਓ ਤੁਸੀਂ ਸਾਧ ਸਾਧ ਧੰਨ ਹੋ ਧੰਨ ਹੋ। ਤਥਾਸਤ ਪ੍ਰਭ ਬੋਲੇ, ਪ੍ਰਭੂ ਜੀ ਬੋਲੇ
ਜੋ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਹੀ ਹੋਵੇਗਾ। ਤਥਾ ਅਸਤੂ, ਤਥਾ ਮੈਨੇ ਤਿਵੇਂ ਹੀ, ਅਸਤੂ ਮੈਨੇ ਹੋਵੇ। ਤੱਤੇ ਨੂੰ ਔਂਕੜ ਹੈ ਤਥਾ ਅਸਤੂ। ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਇਹ ਔਂਕੜ ਦੇਖੀ ਸੀ। ਅਸਤੂ ਦੇ ਅਰਥ ਵਿੱਚ ਔਂਕੜ ਲੱਗੇਗੀ, ਇਹ ਗਿਆਨੀ ਸਿੰਘਾਂ ਨੂੰ ਪਤਾ ਹੈ। ਸੋ ਤਥਾ ਅਸਤੂ ਇਦਾਂ ਅਰਥ ਵੇਲੇ ਤੇ ਪਾਠ ਕਰਨਾ ਹੈ। ਤਥਾਸਤ ਇਦਾਂ ਪਾਠ ਕਰਨਾ ਹੈ। ਜੇ ਤੱਤੇ ਨੂੰ ਕੋਈ ਔਂਕੜ ਜਗਾ ਸਕੇ ਤੇ ਥੋੜੀ ਜਿਹੀ ਜਗਾ ਕੇ ਵੀ ਪੜ੍ਹ ਲਵੇ। ਤੋ ਮਹਾਰਾਜ ਬੋਲੇ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਪ੍ਰਕਾਰ ਹੀ ਹੋਵੇਗਾ। ਸਰਬਸ ਮਮਤਵ ਅਰਪ ਧਰੇ। ਹਾਂ, ਤੁਸੀਂ ਸਾਰਿਆਂ ਨੇ ਆਪਣਾ ਸਰਬੰਸ ਮੇਰੇ ਅੱਗੇ ਅਰਪ ਧਰਿਆ ਹੈ। ਜੋ ਵੀ ਤੁਹਾਡੇ ਕੋਲ ਹੈਗਾ ਸੀ ਉਹ ਸਾਰਾ ਕੁਝ ਤੁਸਾਂ ਨੇ ਮੇਰੇ ਅੱਗੇ ਰੱਖ ਦਿੱਤਾ ਹੈ। ਸਰਬਸ ਮਮ ਤੁਆਰਪ ਧਰੇ। ਸਰਬਸ ਮੈਨੇ ਸਰਬੰਸ ਨੂੰ, ਜੋ ਵੀ ਤੁਹਾਡਾ ਸਰਬੰਸ ਸੀ ਉਹ ਸਾਰਾ ਤੁਸਾਂ ਨੇ ਮੇਰੇ ਅੱਗੇ ਅਰਪ ਰੱਖਿਆ ਏ। ਜੋ ਪ੍ਰਭ ਅਤ ਪ੍ਰਸੰਨ ਕਿੰਕਰ ਪ੍ਰਤ, ਭਗਤ ਆਪਣੀ ਦੇਹੋ ਹਰੇ। ਸਾਧ ਸਾਧ ਤਥਾਸਤ ਪ੍ਰਭ ਬੋਲੇ, ਸਰਬਸ ਮਮ ਤੁ ਅਰਪ ਧਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।